Hello, dear students. Good morning. How are you? Today we are going to take a pledge. Before starting our work, now let's start. Pledge. I, Satvinder Kaur, committed to be vigilant and bear in mind at all time the risks to myself and my colleagues from COVID-19. I promise to take all necessary precautions that prevent the spread of this deadly virus. I promise to follow and encourage others to follow the key COVID appropriate behaviors to always wear a mask, face cover, especially when in public places, to maintain a minimum distance of 6 feet from others, to wash my hands frequently and thoroughly with soap and water. Together we will win this fight against COVID-19. 6th grade बच्चे आज आप करांगे ग्रामर पार्ट का। बच्चों ग्रामर पार्ट का फर्स्ट टॉपिक जिहड़ा हैगा आ ਤੁਹਾਡਾ ਉਹ ਹੈ ਬੋਲੀ ਅਤੇ ਭਾਸ਼ਾ। ਠੀਕ ਹੈ, ਇਸ ਅਸਾਈਨਮੈਂਟ ਦੇ ਵਿੱਚ ਵੀ ਮੈਂ ਤੁਹਾਨੂੰ ਇਹੀ ਚੈਪਟਰ ਕਰਵਾਇਆ। ਬੱਚਿਓ ਆਪਾਂ ਗ੍ਰਾਮਰ ਪਾਰਟ ਦਾ ਫਰਸਟ ਚੈਪਟਰ ਜਿਹੜਾ ਤੁਹਾਡਾ ਕਿ ਹੈਗਾ ਬੋਲੀ ਜਾਂ ਭਾਸ਼ਾ। ਚਲੋ ਆਓ ਆਪਾਂ ਇਸ ਦੇ ਕੁਐਸਚਨ ਆਨਸਰ ਚੰਗੀ ਤਰ੍ਹਾਂ ਪੜ੍ਹਦੇ ਹਾਂ ਕਿ ਬੋਲੀ ਕੀ ਹੁੰਦੀ ਹੈ, ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਇਸ ਦੀ ਪਰਿਭਾਸ਼ਾ ਕੀ ਹੁੰਦੀ ਹੈ। ਠੀਕ ਹੈ, ਫਰਸਟ ਕੁਐਸਚਨ ਤੁਹਾਡਾ ਹੈ ਬੋਲੀ ਕਿਸ ਨੂੰ ਕਹਿੰਦੇ ਹਨ, ਇਸ ਦੀ ਕਿਸਮਾਂ ਦੀ ਪਰਿਭਾਸ਼ਾ ਦੱਸੋ। ਬੋਲੀ ਇੱਕ ਅਜਿਹਾ ਸਫਲ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਬੋਲ ਕੇ ਜਾਂ ਲਿਖ ਕੇ ਇੱਕ ਦੂਜੇ ਤੱਕ ਪਹੁੰਚਾਉਂਦੇ ਹਾਂ। ਬੋਲੀ ਕੀ ਹੈ, ਜਦੋਂ ਅਸੀਂ ਬੋਲਾਂਗੇ ਸਾਡੇ ਮਨ ਦੇ ਹਾਵ ਭਾਵ ਤਾਈਓ ਕਿਸੇ ਨੂੰ ਪਤਾ ਲੱਗਣਗੇ। ਜੇ ਅਸੀਂ ਬੋਲ ਕੇ ਦੱਸਾਂਗੇ ਕਿ ਸਾਡੇ ਮਨ ਵਿੱਚ ਕੀ ਹੈ, ਅਸੀਂ ਕੀ ਕਹਿਣਾ ਚਾਹੁੰਦੇ ਹਾਂ। ਅੱਗੇ ਹੈ ਬੋਲੀ ਜਾਂ ਭਾਸ਼ਾ ਦੀਆਂ ਕਿਸਮਾਂ। ਬੋਲੀ ਕਹਿੰਦੇ ਦੋ ਪ੍ਰਕਾਰ ਦੀ ਹੁੰਦੀ ਹੈ, ਬੋਲਚਾਲ ਦੀ ਬੋਲੀ, ਲਿਖਤੀ ਜਾਂ ਸਾਹਿਤਕ ਬੋਲੀ। ਇੱਕ ਬੋਲੀ ਉਹ ਹੁੰਦੀ ਹੈ ਬੱਚਿਓ ਜਿਹੜੀ ਅਸੀਂ ਬੋਲ ਕੇ ਦੂਜੇ ਤੱਕ ਆਪਣੇ ਮਨ ਦੇ ਭਾਵ ਪਹੁੰਚਾਉਂਦੀਆਂ, ਦੱਸਦੇ ਹਾਂ ਸਾਡੇ ਮਨ ਵਿੱਚ ਕੀ ਹੈ, ਕੀ ਅਸੀਂ ਚਾਹੁੰਦੇ ਹਾਂ, ਕੀ ਅਸੀਂ ਕਹਿਣਾ ਚਾਹੁੰਦੇ ਹਾਂ। ਇੱਕ ਹੁੰਦੀ ਹੈ ਲਿਖਤੀ, ਭਾਵ ਕਿ ਜਿੱਦਾਂ ਆ ਲਿਖਿਆ ਹੋਇਆ ਨਾ ਆਪਾਂ ਇਹਨੂੰ ਪੜ੍ਹ ਰਹੇ ਹਾਂ ਬੋਲ ਕੇ। ਇੱਕ ਹੁੰਦੀ ਹੈ ਲਿਖਤੀ ਬੋਲੀ, ਜੋ ਵੀ ਅਸੀਂ ਕਹਿਣਾ ਹੁੰਦਾ ਹੈ ਚੰਗੀ ਤਰ੍ਹਾਂ ਉਸਨੂੰ ਲਿਖ ਕੇ ਦੱਸਦੇ ਹਾਂ। ਕਲੀਅਰ। ਨੈਕਸਟ ਤੁਹਾਡਾ ਕੁਐਸਚਨ ਹੈ ਭਾਸ਼ਾ ਜਾਂ ਬੋਲੀ ਦੇ ਰੂਪ ਦੱਸੋ। ਭਾਰਤ ਵਿੱਚ ਪ੍ਰਚਲਿਤ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ। ਭਾਸ਼ਾ ਜਾਂ ਬੋਲੀ ਦੇ ਕਹਿੰਦੇ ਹੇਠ ਲਿਖੇ ਰੂਪ ਹੁੰਦੇ ਨੇ। ਕਿਹੜੇ-ਕਿਹੜੇ ਰੂਪ ਹੁੰਦੇ ਨੇ? ਇੱਕ ਤਾਂ ਹੋ ਗਈ ਮਾਤ ਭਾਸ਼ਾ ਜਾਂ ਮਾਂ ਬੋਲੀ, ਜਿਵੇਂ ਕਿ ਸਾਡੀ ਪੰਜਾਬੀ ਹੈ। ਇੱਕ ਹੋ ਗਈ ਰਾਸ਼ਟਰੀ ਭਾਸ਼ਾ। ਠੀਕ ਹੈ, ਨੈਕਸਟ ਕੀ ਹੈ ਅੰਤਰਰਾਸ਼ਟਰੀ ਭਾਸ਼ਾ। 3 ਪ੍ਰਕਾਰ ਦੀਆਂ ਭਾਸ਼ਾਵਾਂ ਹੁੰਦੀਆਂ ਨੇ। ਉਦੋਂ ਨੈਕਸਟ ਕੁਐਸਚਨ ਕੀ ਹੈ ਭਾਰਤ ਦੀਆਂ ਪ੍ਰਚਲਿਤ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ। ਭਾਰਤ ਦੇ ਵਿੱਚ ਕਿਹੜੀ-ਕਿਹੜੀ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ? 20 ਤਰ੍ਹਾਂ ਦੀਆਂ ਨੇ ਬੱਚਿਓ। ਫਸਟ ਪੰਜਾਬੀ, ਮਰਾਠੀ, ਤਾਮਿਲ, ਮੈਥਨੀ, ਮਨੀਪਰੀ, ਅਸਾਮੀ, ਹਿੰਦੀ, ਬੰਗਾਲੀ, ਤੇਲਗੂ, ਬੋਡੋ, ਨੇਪਾਲੀ, ਸਿੱਧੀ, ਗੁਜਰਾਤੀ, ਮਲਿਆਲਮ, ਉਰਦੂ, ਉੜੀਸਾ, ਕੰਨੜ, ਸੰਥਲੀ, ਸੰਸਕ੍ਰਿਤ ਤੇ ਕਸ਼ਮੀਰੀ ਗੁਜਰਾਤੀ। 20 ਪ੍ਰਕਾਰ ਦੀਆਂ ਭਾਸ਼ਾਵਾਂ ਨੇ ਜਿਹੜੀਆਂ ਕਿ ਸਾਡੇ ਭਾਰਤ ਦੇ ਵਿੱਚ ਬੋਲੀਆਂ ਜਾਂਦੀਆਂ ਨੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਤੇ ਅਲੱਗ-ਅਲੱਗ ਲੋਕਾਂ ਤੋਂ। ਠੀਕ ਹੈ, ਥਰਡ ਕੁਐਸਚਨ ਹੈ ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾਵਾਂ ਤੇ ਪੰਜਾਬ ਵਿੱਚ ਪ੍ਰਚਲਿਤ ਭਾਸ਼ਾਵਾਂ ਦੱਸੋ। ਪਹਿਲਾਂ ਅਸੀਂ ਪੰਜਾਬੀ ਭਾਸ਼ਾ ਦੀ ਉਪਭਾਸ਼ਾਵਾਂ ਦੱਸਦੇ ਹਾਂ ਵੀ ਮਤਲਬ ਕਿ ਕਿਹੜੀਆਂ-ਕਿਹੜੀਆਂ ਉਹਦੀਆਂ ਉਪਭਾਸ਼ਾਵਾਂ ਨੇ। ਦੁਆਬੀ, ਮਾਝੀ, ਪੁਆਧੀ, ਮਲਵਈ, ਪੋਠੋਹਾਰੀ, ਲਹਿੰਦੀ ਜਾਂ ਮੁਲਤਾਨੀ। ਨੈਕਸਟ ਹੈ ਪੰਜਾਬ ਦੀਆਂ ਪ੍ਰਚਲਿਤ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ। ਕਿਹੜੀਆਂ-ਕਿਹੜੀਆਂ ਹਨ? ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸੰਸਕ੍ਰਿਤ। ਬੱਚੇ ਜਿਹੜੇ ਤੁਹਾਡੇ ਇਹ ਕੁਐਸਚਨਸ ਨੇ 6 ਅਸਾਈਨਮੈਂਟ ਦੇ, ਇਹ ਕੁਐਸਚਨ ਤੁਸੀਂ ਆਪਣੀ ਗ੍ਰਾਮਰ ਦੀ ਫੇਅਰ ਬੁੱਕ ਤੇ ਚੰਗੀ ਤਰ੍ਹਾਂ ਲਿਖਣੇ ਨੇ ਸਾਫ਼ ਰਾਈਟਿੰਗ ਦੇ ਵਿੱਚ ਤੇ ਪੇਪਰਾਂ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਪ੍ਰਪੇਅਰ ਕਰਨਾ। ਤੇ ਨੈਕਸਟ ਟੌਪਿਕ ਆਪਣਾ ਹੈ ਗ੍ਰਾਮਰ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ। ਬੱਚੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਤਾਂ ਤੁਸੀਂ ਬਹੁਤ ਜ਼ਿਆਦਾ ਸੁਣਿਆ ਹੋਵੇਗਾ ਕਿਉਂਕਿ ਆਪਣੇ ਸਿੱਖ ਧਰਮ ਦੇ ਪਹਿਲੇ ਗੁਰੂ ਕਿਹੜੇ ਸੀਗੇ? ਸ਼੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਕੀ ਕੀਤੀ ਸੀ? ਸਿੱਖ ਪੰਥ ਦੀ ਸਥਾਪਨਾ ਕੀਤੀ ਸੀਗੀ। ਠੀਕ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਖਾਂ ਦੇ ਪਹਿਲੇ ਗੁਰੂ ਸਨ। ਇਹਨਾਂ ਨੇ ਸਿੱਖ ਧਰਮ ਚਲਾਇਆ,
ਇਹਨਾਂ ਦਾ ਜਨਮ 1469 ਈਸਵੀ ਨੂੰ ਰਾਏ ਭੋਇਡੀ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ ਸੀ। ਇਸ ਸਥਾਨ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਵੀ ਆਖਦੇ ਹਾਂ। ਇਸ ਸਥਾਨ ਤੇ ਦਰਸ਼ਨ ਕਰਨ ਲਈ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਸ਼ਰਧਾਲੂ ਨੇ ਕਿੱਥੇ ਪਾਕਿਸਤਾਨ ਜਾਂਦੇ ਹਨ ਅਤੇ ਆਪਣੇ ਗੁਰੂ ਦਾ ਕੀ ਹੈ ਜਨਮ ਦਿਹਾੜਾ ਮਨਾਉਂਦੇ ਨੇ। ਪਾਕਿਸਤਾਨ ਦੇ ਵਿੱਚ ਕਹਿੰਦੇ ਜਿਹੜਾ ਨਨਕਾਣਾ ਸਾਹਿਬ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਜਿਹੜੇ ਲੋਕੀ ਨੇ ਹੁਣ ਵੀ ਬਹੁਤ ਮਾਤਰਾ ਦੇ ਵਿੱਚ ਕੀ ਹੈ ਉੱਥੇ ਜਾਂਦੇ ਨੇ ਤੇ ਆਪਣੇ ਗੁਰੂ ਜੀ ਦਾ ਅਸੀਂ ਆਪਣੇ ਗੁਰੂ ਜੀ ਦਾ ਕੀ ਹੈ ਜਨਮ ਦਿਹਾੜਾ ਮਨਾਉਣ ਲਈ ਉੱਥੇ ਜਾਂਦੇ ਹਾਂ। ਆਪ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੋ ਕਿ ਪਿੰਡ ਦੇ ਪਟਵਾਰੀ ਸਨ। ਆਪ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਮਾਤਾ ਤ੍ਰਿਪਤਾ ਮਮਤਾ ਦੀ ਕਹਿੰਦੇ ਇੱਕ ਮੂਰਤ ਸਨ। ਆਪ ਦੀ ਭੈਣ ਸੀ ਕਿਹੜੀ? ਬੇਬੇ ਨਾਨਕੀ। ਭੈਣ ਦਾ ਨਾਮ ਕੀ ਸੀ? ਬੇਬੇ ਨਾਨਕੀ ਸੀ। ਪਿਤਾ ਦਾ ਨਾਮ ਮਹਿਤਾ ਕਾਲੂ ਸੀ। ਮਾਤਾ ਜੀ ਦਾ ਨਾਮ ਕੀ ਸੀ? ਤ੍ਰਿਪਤਾ ਦੇਵੀ। ਬਚਪਨ ਤੋਂ ਹੀ ਗੁਰੂ ਜੀ ਗੰਭੀਰ ਸੁਭਾਅ ਦੇ ਮਾਲਿਕ ਸਨ। ਪਰਮਾਤਮਾ ਦੀ ਭਗਤੀ ਇਹਨਾਂ ਦੇ ਕੀ ਆ ਕਹਿੰਦੇ ਅੰਗ ਅੰਗ ਵਿੱਚ ਸਮਾਈ ਹੋਈ ਸੀ। ਜਦੋਂ ਆਪ 7 ਸਾਲਾਂ ਦੇ ਹੋਏ ਤਾਂ ਆਪ ਨੂੰ ਕਿਹਦੇ ਕੋਲ ਭੇਜਿਆ ਗਿਆ ਸੀ? ਪਾਦੇ ਕੋਲ ਪੜਨ ਲਈ ਭੇਜਿਆ ਗਿਆ ਸੀ। ਆਪ ਨੇ ਪਾਦੇ ਨੂੰ ਕੁਝ ਅਜਿਹੇ ਸਵਾਲ ਕੀਤੇ ਕਿ ਪਾਦਾ ਕੀ ਹੋ ਗਿਆ? ਲਾਜਵਾਬ ਹੋ ਗਿਆ। ਇਸ ਤੋਂ ਬਾਅਦ ਪਿਤਾ ਨੇ ਆਪ ਨੂੰ ਮੱਝਾਂ ਚਰਾਉਣ ਲਈ ਵੀ ਭੇਜਿਆ ਸੀ। ਆਪ ਖੁਦ ਤਾਂ ਪ੍ਰਮਾਤਮਾ ਦੀ ਭਗਤੀ ਵਿੱਚ ਕਹਿੰਦੇ ਲੀਨ ਰਹਿੰਦੇ ਸਨ ਅਤੇ ਜਿਹੜੀਆਂ ਮੱਝਾਂ ਸੀਗੀਆਂ ਦੂਸਰਿਆਂ ਦੇ ਖੇਤਾਂ ਵਿੱਚ ਕੀ ਕਰਦੀਆਂ ਸੀ? ਜਾ ਵੜਦੀਆਂ ਸਨ। ਠੀਕ ਹੈ, ਪਾਦੇ ਕੋ ਪੜਨ ਭੇਜਿਆ ਸੀ ਤਾਂ ਕੀ ਕੀਤਾ ਸੀ? ਆਪਣੇ ਵਿਚਾਰਾਂ ਨਾਲ ਪਾਦੇ ਨੂੰ ਵੀ ਬਹੁਤ ਕੁਝ ਉਹਨਾਂ ਨੇ ਸਿਖਾਇਆ ਸੀ, ਪ੍ਰਭਾਵਿਤ ਕੀਤਾ ਸੀ। ਆਪ ਕੀ ਸੀ ਕਹਿੰਦੇ 24 ਘੰਟੇ ਪ੍ਰਮਾਤਮਾ ਦੀ ਭਗਤੀ ਵਿੱਚ ਹੀ ਲੀਨ ਰਹਿੰਦੇ ਸੀ। ਦੁਨਿਆਵੀ ਕੰਮਾਂ ਵਿੱਚ ਉਹਨਾਂ ਦਾ ਕੀ ਹੈ ਕਹਿੰਦੇ ਦਿਲ ਵੀ ਘੱਟ ਲੱਗਦਾ ਸੀ। ਠੀਕ ਹੈ, ਇੱਕ ਘਰਦਿਆਂ ਦੇ ਕਰਕੇ ਸਿਰਫ ਉਹਨਾਂ ਨੇ ਵਿਆਹ ਕਰਾਇਆ ਸੀ ਪਰੰਤੂ ਹਮੇਸ਼ਾ ਹੀ ਪ੍ਰਮਾਤਮਾ ਦੀ ਭਗਤੀ ਵਿੱਚ ਕੀ ਆ ਲੀਨ ਰਹਿੰਦੇ ਸਨ। ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦਾ ਪੁੱਤਰ ਵੱਡਾ ਹੋ ਕੇ ਕੋਈ ਕਾਰੋਬਾਰ ਕਰੇ ਤੇ ਉਹਨਾਂ ਦੀ ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣੇ। ਇਸ ਉਦੇਸ਼ ਨਾਲ ਪਿਤਾ ਕਾਲੂ ਜੀ ਆਪ ਨੂੰ ਕਿਸੇ ਕਾਰੋਬਾਰ ਵਿੱਚ ਕੀ ਕਰਨਾ ਚਾਹੁੰਦੇ ਸਨ? ਪਾਉਣਾ ਚਾਹੁੰਦੇ ਸਨ। ਇੱਕ ਦਿਨ ਉਹਨਾਂ ਨੇ ਆਪ ਨੂੰ 20 ਰੁਪਏ ਦੇ ਕੇ ਕਾਰੋਬਾਰ ਕਰਨ ਲਈ ਸ਼ਹਿਰ ਭੇਜਿਆ। ਆਪ ਨੂੰ ਰਾਹ ਵਿੱਚ ਕੁਝ ਸਾਧੂ ਵੀ ਮਿਲੇ ਗਏ। ਉਹ ਕਈ ਦਿਨਾਂ ਤੋਂ ਭੁੱਖੇ ਸਨ। ਆਪ ਕੋਲੋਂ ਉਹਨਾਂ ਦੀ ਭੁੱਖ ਕਹਿੰਦੇ ਬਰਦਾਸ਼ਤ ਨਾ ਹੋਈ, ਇਸ ਲਈ ਆਪ ਉਹਨਾਂ ਨੂੰ 20 ਰੁਪਏ ਦਾ ਰਾਸ਼ਨ ਲਿਆ ਕੇ ਕਹਿੰਦੇ ਭੁੱਖੇ ਸਾਧੂਆਂ ਨੂੰ ਕੀ ਕੀਤਾ ਸੀ? ਖਵਾ ਦਿੱਤਾ ਸੀ। ਜਦੋਂ ਆਪ ਖਾਲੀ ਹੱਥ ਘਰ ਪਰਤੇ ਤਾਂ ਆਪ ਦੇ ਪਿਤਾ ਜੀ ਨੂੰ ਸਾਰਾ ਸੱਚ ਦੱਸ ਦਿੱਤਾ। ਆਪਣੇ ਬੜੇ ਮਾਣ ਨਾਲ ਕਿਹਾ ਕਿ ਉਹ ਇੱਕ ਸੱਚਾ ਸੌਦਾ ਕਰਕੇ ਆਏ ਨੇ। ਉਸਦੇ ਪਿਤਾ ਜੀ ਨੂੰ ਆਪ ਬਹੁਤ ਕੀ ਹੋਏ? ਨਾਰਾਜ਼ ਹੋਏ। ਉਹਨਾਂ ਨੂੰ ਭੁੱਖੇ ਸਾਧੂਆਂ ਤੇ ਕੀ ਤਰਸ ਆਇਆ ਕਿਉਂਕਿ ਉਹ ਭੁੱਖੇ ਸੀ। 20 ਰੁਪਏ ਜਿਹੜੇ ਉਹਨਾਂ ਨੂੰ ਸੱਚਾ ਸੌਦਾ ਕਰਨ ਲਈ ਦਿੱਤੇ ਸੀਗੇ ਪਿਤਾ ਮਹਿਤਾ ਕਾਲੂ ਨੇ, ਉਹਨਾਂ ਨੇ ਕੀ ਕੀਤਾ ਸੀ? ਉਹਨਾਂ ਰੁਪਈਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਦਿੱਤਾ ਤੇ ਉਹਨਾਂ ਨੇ ਕਿਹਾ ਸੀ ਕਿ ਪਿਤਾ ਜੀ ਇਸ ਤੋਂ ਸੱਚਾ ਸੌਦਾ ਹੋਰ ਹੋ ਹੀ ਨਹੀਂ ਸਕਦਾ। ਠੀਕ ਹੈ, ਤੇ ਪਿਤਾ ਜੀ ਕੀ ਹੋਏ ਸੀ? ਬਹੁਤ ਉਦਾਸ ਹੋਏ ਸਨ। ਉਸ ਵੇਲੇ ਭੈਣ ਨਾਨਕੀ ਕੋਲ ਹੀ ਬੈਠੀ ਸੀ। ਉਹ ਆਪਣੇ ਵੀਰ ਨੂੰ ਸੁਲਤਾਨਪੁਰ ਲੋਧੀ ਵਿੱਚ ਲੈ ਗਈ। ਆਪ ਦੇ ਭਣਵਈਏ ਜੈ ਰਾਮ ਨੇ ਆਪ ਨੂੰ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਤੇ ਲਵਾ ਦਿੱਤਾ ਸੀ। ਆਪ ਅਨਾਜ ਤੋਲਣ ਦਾ ਕੰਮ ਕਰਨ ਲੱਗੇ ਸਨ। ਆਪ 13 ਕਹਿ ਕੇ ਲੋੜਵੰਦਾਂ ਵਿੱਚ ਮੁਫਤ ਅਨਾਜ ਵੰਡਣ ਲੱਗੇ। ਇਸ ਤੇ ਆਪ ਦੀ ਸ਼ਿਕਾਇਤ ਵੀ ਹੋਈ। ਠੀਕ ਹੈ, ਪਰੰਤੂ ਜਦੋਂ ਨਵਾਬ ਨੇ ਆਪ ਦਾ ਹਿਸਾਬ ਕਿਤਾਬ ਦੀ ਜਾਂਚ ਪੜਤਾਲ ਕਰਵਾਈ ਤਾਂ ਉਹ ਪੂਰਾ ਨਿਕਲਿਆ ਤੇ ਆਪ ਤੋਂ ਬਾਅਦ ਆਪ ਨਵਾਬ ਦੀ ਨੌਕਰੀ ਕੀ ਹੈ ਛੱਡ ਦਿੱਤੀ। ਭਾਵ ਕਿ ਜੋ ਵੀ ਲੋਕਾਂ ਨੂੰ ਦਾਨ ਕਰਦੇ ਸੀ ਇੱਕੋ ਚੀਜ਼ ਮੇੜ ਕੇ ਬਸ 13 ਕਹਿ ਕੇ ਸਭ ਨੂੰ ਦਈ ਜਾਂਦੇ ਸਨ। ਠੀਕ ਆ, ਕੋਈ ਭੇਦਭਾਵ ਨਹੀਂ ਸੀ ਰੱਖਦੇ ਕਿ ਪ੍ਰਮਾਤਮਾ ਜੋ ਹੈ 13 ਹੀ 13, ਸਾਡਾ ਕੁਝ ਨਹੀਂ ਹੈਗਾ। ਤੇ ਫਿਰ ਲੋਕਾਂ ਨੇ ਕੀ ਕੀਤਾ ਕਹਿੰਦੇ ਸ਼ੱਕ ਕੀਤਾ ਵੀ ਸ਼ਾਇਦ ਇਹ ਜ਼ਿਆਦਾ ਤੋਲ ਕੇ ਸਾਨੂੰ ਘਾਟਾ ਪਵਾ ਰਿਹਾ ਤੇ ਨਵਾਬ ਕੋ ਕੀ ਕੀਤਾ ਉਹਨਾਂ ਨੇ ਸ਼ਿਕਾਇਤ ਕੀਤੀ। ਜਦੋਂ ਫਿਰ ਉਸ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਸਾਰਾ ਹਿਸਾਬ ਕਿਤਾਬ ਜਿਹੜਾ ਹੈਗਾ ਸੀ ਪੂਰਾ ਸੀ। ਫਿਰ ਆਪ ਜੀ ਨੇ ਕੀ ਕੀਤਾ ਸੀ? ਉਹ ਜਿਹੜੀ ਨੌਕਰੀ ਸੀਗੀ ਛੱਡ ਦਿੱਤੀ ਸੀ। ਸੁਲਤਾਨਪੁਰ ਰਹਿੰਦਿਆਂ ਹੀ ਆਪ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋ ਗਿਆ। ਆਪ ਦੇ ਘਰ 2 ਪੁੱਤਰ ਪੈਦਾ ਹੋਏ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ। ਇੱਕ ਦਿਨ ਆਪ ਵੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ 3 ਦਿਨ ਅਲੋਪ ਰਹੇ। ਜਦੋਂ ਆਪ ਬਾਹਰ ਨਿਕਲੇ ਤਾਂ ਆਪ ਨੂੰ ਅਕਾਲ ਪੁਰਖ ਵੱਲੋਂ ਲੋਕਾਂ ਦੇ ਕਲਿਆਣ ਲਈ ਕੀ ਕੀਤਾ ਸੀ? ਸੱਚ ਦਾ ਸੰਦੇਸ਼ ਮਿਲ ਚੁੱਕਾ ਸੀ। ਜਿਸ ਵਾਸਤੇ ਆਪ ਇਸ ਧਰਤੀ ਤੇ ਆਏ ਸਨ, ਇਸ ਲਈ ਆਪ ਨੇ ਸਾਰੇ ਸੰਸਕਾਰ ਝੰਜਟਾਂ ਨੂੰ ਛੱਡ ਕੇ ਲੋਕ ਕਲਿਆਣ ਲਈ ਘਰੋਂ ਨਿਕਲ ਤੁਰੇ ਸਨ। ਆਪ ਨੇ 4 ਦਿਸ਼ਾਵਾਂ ਵਿੱਚ 4 ਉਦਾਸੀਆਂ ਕੀਤੀਆਂ ਸਨ। ਇਸ ਦੌਰਾਨ ਆਪ ਨੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦਿੱਤਾ ਸੀ। ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ ਸੀ। ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਸੀ। ਬਾਲਾ ਤੇ ਮਰਦਾਨਾ ਆਪ ਦੇ ਨਾਲ ਸਨ। ਮਰਦਾਨਾ ਰਵਾਬ ਵਜਾਉਂਦਾ ਹੁੰਦਾ ਸੀ ਤੇ ਗੁਰੂ ਜੀ ਕਰਦੇ ਸੀ ਬਾਣੀ ਗਾਇਆ ਕਰਦੇ ਸਨ। ਇਸ ਤਰ੍ਹਾਂ ਆਪ ਨੇ ਬਹੁਤ ਸਾਰੀ ਬਾਣੀ ਰਚੀ। ਆਪ ਜੀ ਦੀ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਹੈ? ਦਰਜ ਹੈ। ਫਿਰ ਉਹ ਤੋਂ ਬਾਅਦ ਕੀ ਕੀਤਾ ਸੀ? ਗੁਰੂ ਜੀ ਨੇ ਕਹਿੰਦੇ 4 ਉਦਾਸੀਆਂ ਕੀਤੀਆਂ ਸੀ, ਪੂਰਬ, ਪੱਛਮ, ਉੱਤਰ ਅਤੇ ਦੱਖਣ ਦੇ ਵਿੱਚ। ਇਹਨਾਂ ਉਦਾਸੀਆਂ ਵਿੱਚ ਕੀ ਕੀਤਾ ਸੀ? ਲੋਕਾਂ ਨੂੰ ਭੁੱਲੇ ਭਟਕੇ ਜਿਹੜੇ ਸੀਗੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਸੀਗਾ। ਠੀਕ ਆ,
ਸੱਚ ਦਾ ਉਪਦੇਸ਼ ਦਿੱਤਾ ਸੀ, ਸੱਚੀ ਕਿਰਤ ਕਮਾਈ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਕੀ ਦਿੱਤਾ ਸੀ, ਉਪਦੇਸ਼ ਦਿੱਤਾ ਸੀ। ਇਹ ਉਦਾਸੀਆਂ ਦੇ ਵਿੱਚ ਜਿਹੜੇ ਸੀਗੇ ਇਹਨਾਂ ਆਪ ਦੇ ਨਾਲ ਬਾਲਾ ਤੇ ਮਰਦਾਨਾ ਵੀ ਸੀਗੇ। ਜਿਹੜਾ ਮਰਦਾਨਾ ਸੀਗਾ ਉਹ ਕੀ ਕਰਦਾ ਸੀ, ਰਬਾਬ ਵਜਾਉਂਦਾ ਸੀ, ਤੇ ਗੁਰੂ ਜੀ ਕੀ ਕਰਦੇ ਸੀ, ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗਾਇਆ ਕਰਦੇ ਸਨ। ਠੀਕ ਹੈ, ਤੇ ਜਿਹੜੀ ਆਪ ਜੀ ਦੀ ਬਾਣੀ ਆ ਕਹਿੰਦੇ ਕੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੀ ਹੈ ਦਰਜ ਹੈ। ਅੰਤ ਆਪ ਕਹਿੰਦੇ ਫਿਰ ਕੀ ਹੋਇਆ ਸੀ, ਅੰਤ ਆਪ 15 ਅਪ੍ਰੈਲ, ਠੀਕ ਹੈ, ਅੰਤ ਆਪ 1539 ਈਸਵੀ ਨੂੰ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕੇ ਜੋਤੀ ਜੋਤ ਸਮਾ ਗਏ। ਭਾਈ ਲਹਿਣਾ ਜੀ ਸਿੱਖਾਂ ਦੇ ਦੂਸਰੇ ਗੁਰੂ ਬਣੇ ਸੀ, ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਕੀ ਆ ਪ੍ਰਸਿੱਧ ਹੋਏ। ਆਪ ਕਹਿੰਦੇ ਆਪ ਨੇ ਆਪਣੀ ਗੱਦੀ ਕਦੋਂ ਦਿੱਤੀ ਸੀ, ਭਾਈ ਲਹਿਣਾ ਜੀ ਨੂੰ 1539 ਈਸਵੀ ਵਿੱਚ। ਉਹਨਾਂ ਦਾ ਨਾਮ ਪਹਿਲਾਂ ਕੀ ਸੀ, ਭਾਈ ਲਹਿਣਾ ਸੀ, ਅਤੇ ਜਦੋਂ ਉਹਨਾਂ ਨੇ ਗੁਰਗੱਦੀ ਸੰਭਾਲ ਲਈ ਸੀ ਤਾਂ ਉਹਨਾਂ ਨੂੰ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਨਾਲ ਦੂਸਰੇ ਗੁਰੂ ਕੀ ਆ ਸਥਾਪਿਤ ਕੀਤਾ ਗਿਆ। ਬੱਚਿਓ ਇਹ ਸੀਗਾ ਤੁਹਾਡਾ ਐਸੇ ਤੇ ਕੁਐਸਚਨ ਆਨਸਰ। ਇਸ ਐਸੇ ਨੂੰ ਤੁਸੀਂ ਚੰਗੀ ਤਰ੍ਹਾਂ ਲਰਨ ਕਰਕੇ ਸਾਫ਼ ਰਾਈਟਿੰਗ ਦੇ ਵਿੱਚ ਆਪਣੀ ਫੇਅਰ ਨੋਟਬੁੱਕ ਤੇ ਰਿਟਨ ਕਰਨਾ ਹੈ, ਤੇ ਉਹ ਫਸਟ ਲੈਸਨ ਦੇ ਗ੍ਰਾਮਰ ਤੇ ਕੁਐਸਚਨ ਆਨਸਰ ਵੀ ਗ੍ਰਾਮਰ ਦੀ ਨੋਟਬੁੱਕ ਤੇ ਕਰਨੀ ਆ, ਤੇ ਤੁਹਾਨੂੰ ਇਹਨਾਂ ਦੀ ਅਸਾਈਨਮੈਂਟ ਮੈਂ ਨਾਲ ਹੀ ਦਵਾਂਗੀ ਇਹਦੇ। ਠੀਕ ਹੈ, ਥੈਂਕਸ, ਹੈਵ ਅ ਨਾਈਸ ਡੇ।